33.44%, 1992 ਵਿੱਚ 33% ਅਤੇ 1997 ਵਿੱਚ 35.04% ਰਿਹਾ ਹੈ। ਇਸ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਸੰਖਿਆ BA ਜਾਂ BSc ਤੱਕ ਪੜ੍ਹੇ ਵਿਧਾਇਕਾਂ ਦੀ ਹੈ। ਉਹਨਾਂ ਦੀ ਗਿਣਤੀ ਵਿਧਾਨ ਸਭਾ ਵਿੱਚ ਲਗਾਤਾਰ ਵੱਧਦੀ ਰਹੀ ਹੈ, ਜਦੋਂ ਕਿ 1969 ਵਾਲੀ ਵਿਧਾਨ ਸਭਾ ਵਿੱਚ ਉਹਨਾਂ ਦੀ ਗਿਣਤੀ ਸਿਰਫ 23.08% ਸੀ। 1997 ਦੀ ਅਸੈਂਬਲੀ ਵਿੱਚ ਉਹਨਾਂ ਦੀ ਇਹ ਸੰਖਿਆ ਵੱਧ ਕੇ 43.59% ਹੋ ਗਈ, ਅਰਥਾਤ 20.51% ਦਾ ਵਾਧਾ ਹੋਇਆ। ਇਸ ਤੋਂ ਇਲਾਵਾ ਇੱਕ ਗੱਲ ਹੋਰ ਜੋ 1969 ਤੋਂ ਲੈ ਕੇ 1997 ਤੱਕ ਦੀਆਂ ਉਪਰੋਕਤ ਅਸੈਂਬਲੀਆਂ ਦੇ ਤੁਲਨਾਤਮਕ ਵਿਸ਼ਲੇਸ਼ਣ ਤੋਂ ਸਪਸ਼ਟ ਹੁੰਦੀ ਹੈ, ਉਹ ਇਹ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਪੜ੍ਹੇ ਲਿਖੇ ਮੈਂਬਰਾਂ ਦੀ ਅਨੁਪਾਤਕ ਪ੍ਰਤੀਨਿਧਤਾ 90% ਤੋਂ ਵੀ ਉੱਪਰ ਹੈ ਅਤੇ ਮੈਟ੍ਰਿਕ ਤੋਂ ਘੱਟ ਯੋਗਤਾ ਰੱਖਣ ਵਾਲੇ ਵਿਧਾਇਕਾਂ ਦੀ ਅਨੁਪਾਤਕ ਗਿਣਤੀ 15% ਤੋਂ ਵੀ ਘੱਟ ਰਹੀ ਹੈ। ਨੰਬਰ 7, ਕਿਸਾਨੀ ਦੀ ਬਹੁਮਤ ਵਾਲੀ ਵਿਧਾਨਕ ਲੀਡਰਸ਼ਿਪ। ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਖੇਤੀ ਹੈ। ਰਾਜ ਦੇ ਤਕਰੀਬਨ 70.45% ਲੋਕ ਆਪਣੀ ਰੋਜ਼ੀ ਰੋਟੀ ਇਸ ਧੰਦੇ ਤੋਂ ਕਮਾਉਂਦੇ ਹਨ। ਪੰਜਾਬ ਦੀ ਵਿਧਾਨਕ ਲੀਡਰਸ਼ਿਪ ਦੇ ਕਿੱਤਾਵਾਰ ਤੁਲਨਾਤਮਕ ਅਧਿਐਨ ਤੋਂ ਇਹ ਤੱਥ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਪੰਜਾਬ ਦੀਆਂ ਵਿਧਾਨ ਸਭਾਵਾਂ ਵਿੱਚ ਸਭ ਤੋਂ ਵੱਡਾ ਗਰੁੱਪ ਉਹਨਾਂ ਵਿਧਾਇਕਾਂ ਦਾ ਰਿਹਾ ਹੈ ਜਿਨ੍ਹਾਂ ਦਾ ਕਿੱਤਾ ਖੇਤੀ ਹੈ। 1969 ਤੋਂ 1997 ਤੱਕ ਦੀਆਂ 5 ਵਿਧਾਨ ਸਭਾਵਾਂ ਦੇ ਵਿਧਾਇਕਾਂ ਦਾ ਕਿੱਤਾਵਾਰ ਤੁਲਨਾਤਮਕ ਵਿਸ਼ਲੇਸ਼ਣ ਕਰਨ ਉਪਰੰਤ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਜਿਨ੍ਹਾਂ ਵਿਧਾਇਕਾਂ ਦਾ ਪਿਛੋਕੜ ਖੇਤੀ ਧੰਦੇ ਵਾਲਾ ਹੈ, ਉਹਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਿੱਚ ਇੱਕ ਛੋਟ 1992 ਦੀਆਂ ਚੋਣਾਂ ਦੀ ਹੈ, ਜਦੋਂ ਕਿ 1969 ਵਿੱਚ ਖੇਤੀ ਨਾਲ ਸੰਬੰਧਿਤ ਵਿਧਾਇਕਾਂ ਦੀ ਗਿਣਤੀ 44.23% ਸੀ। ਇਹ ਗਿਣਤੀ 1997 ਵਿੱਚ ਵੱਧ ਕੇ 52.99% ਹੋ ਗਈ, ਭਾਵ 28 ਸਾਲਾਂ ਵਿੱਚ 8.76% ਨੁਮਾਇੰਦਗੀ ਦਾ ਵਾਧਾ ਹੋਇਆ। ਖੇਤੀ ਨਾਲ ਸੰਬੰਧਿਤ ਇਹਨਾਂ ਵਿਧਾਇਕਾਂ ਦੀ ਪੰਜਾਬ ਵਿਧਾਨ ਸਭਾ ਵਿੱਚ ਔਸਤਨ ਪ੍ਰਤੀਨਿਧਤਾ 46.33% ਰਹੀ ਹੈ, ਜੋ ਕਿ ਕੁੱਲ ਵਿਧਾਇਕਾਂ ਦਾ ਅੱਧ ਤੋਂ ਕੁਝ ਹੀ ਘੱਟ ਹੈ। ਉਪਰੋਕਤ ਸਾਰਣੀ ਤੋਂ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਵਿਧਾਨਕਾਰਾਂ ਵਿੱਚ ਸਿਆਸਤਦਾਨਾਂ ਦਾ ਇੱਕ ਅਜਿਹਾ ਗਰੁੱਪ ਵੀ ਉੱਭਰ ਕੇ ਸਾਹਮਣੇ ਆਇਆ ਹੈ ਜਿਨ੍ਹਾਂ ਦਾ ਕਿੱਤਾ ਸਿਰਫ ਸਿਆਸਤ ਜਾਂ ਸਮਾਜ ਸੇਵਾ ਹੀ ਹੈ। ਇਹਨਾਂ ਵਿਧਾਇਕਾਂ ਦੀ ਪੰਜਾਬ ਵਿਧਾਨ ਮੰਡਲ ਵਿੱਚ ਸੰਖਿਆ ਖੇਤੀ ਨਾਲ ਸੰਬੰਧਿਤ ਵਿਧਾਇਕਾਂ ਤੋਂ ਤੁਰੰਤ ਬਾਅਦ ਦੂਜੇ ਨੰਬਰ ਤੇ ਆਉਂਦੀ ਹੈ। ਪੰਜਾਬ ਵਿਧਾਨ ਸਭਾ ਵਿੱਚ ਉਹਨਾਂ ਦੀ ਔਸਤਨ ਪ੍ਰਤੀਨਿਧਤਾ ਕੁੱਲ ਵਿਧਾਇਕਾਂ ਦਾ ਸਭਾ ਵਿੱਚ ਔਸਤਨ ਪ੍ਰਤੀਨਿਧ 14.67% ਰਿਹਾ ਹੈ। ਪੜ੍ਹੇ ਲਿਖੇ ਵਰਗ ਵਿੱਚੋਂ ਕਿੱਤੇ ਅਨੁਸਾਰ ਸਭ ਤੋਂ ਵੱਡੀ ਸੰਖਿਆ ਵਕੀਲਾਂ ਦੀ ਹੈ, ਜਿਨ੍ਹਾਂ ਦੀ ਪੰਜਾਬ ਵਿਧਾਨ ਲੀਡਰਸ਼ਿਪ ਵਿੱਚ ਔਸਤਨ ਪ੍ਰਤੀਨਿਧਤਾ 9.87% ਰਹੀ ਹੈ। ਵਕੀਲਾਂ ਤੋਂ ਬਾਅਦ ਡਾਕਟਰਾਂ ਅਤੇ ਅਧਿਆਪਕਾਂ ਦੀ ਨੁਮਾਇੰਦਗੀ ਰਹੀ ਹੈ, ਜੋ ਕਿ ਕੁੱਲ ਵਿਧਾਨਕ ਲੀਡਰਸ਼ਿਪ ਦਾ ਕ੍ਰਮਵਾਰ 4.29% ਅਤੇ 1.79% ਰਹੇ ਹਨ। 8ਵਾਂ, ਪੰਜਾਬ ਦੀ ਵਿਧਾਨਕ ਲੀਡਰਸ਼ਿਪ ਵਿੱਚ ਮਹੱਤਵਪੂਰਨ ਲੀਡਰਾਂ ਦੇ ਰਿਸ਼ਤੇਦਾਰਾਂ ਦੀ ਭਰਮਾਰ। ਸ਼ੁਰੂ ਵਿੱਚ ਪੰਜਾਬ ਦੀ ਜ਼ਿਆਦਾਤਰ ਵਿਧਾਨਕ ਲੀਡਰਸ਼ਿਪ ਉਹਨਾਂ ਲੋਕਾਂ ਵਿੱਚੋਂ ਆਉਂਦੀ ਸੀ ਜੋ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਰਾਜਨੀਤਿਕ, ਆਰਥਿਕ ਜਾਂ ਸਮਾਜਿਕ ਅੰਦੋਲਨਾਂ ਨਾਲ ਜੁੜੇ ਹੁੰਦੇ ਸਨ ਅਤੇ ਉਹਨਾਂ ਦੀ ਕਿਸੇ ਨਾ ਕਿਸੇ ਵਿਚਾਰਧਾਰਾ ਨਾਲ ਵਚਨਬੱਧਤਾ ਵੀ ਹੁੰਦੀ ਸੀ। ਪਰੰਤੂ ਵਰਤਮਾਨ ਲੀਡਰਸ਼ਿਪ ਦੇ ਪਿਛੋਕੜ
ਦਾ ਤੁਲਨਾਤਮਕ ਅਧਿਐਨ ਕਰਨ ਉਪਰੰਤ ਪਤਾ ਲੱਗਦਾ ਹੈ, ਜੋ ਕਿ ਸਾਰਣੀ ਨੰਬਰ 10.8 ਤੋਂ ਸਪਸ਼ਟ ਹੈ ਕਿ ਪੰਜਾਬ ਦੀ ਵਿਧਾਨਕ ਲੀਡਰਸ਼ਿਪ ਵਿੱਚ ਸਭ ਤੋਂ ਵੱਡੀ ਸੰਖਿਆ ਸਾਬਕਾ ਵਿਧਾਇਕਾਂ ਦੀ ਰਹਿੰਦੀ ਹੈ। 1997 ਤੋਂ 2002 ਦੀਆਂ ਵਿਧਾਨ ਸਭਾਵਾਂ ਵਿੱਚ ਇਹਨਾਂ ਦੀ ਗਿਣਤੀ ਕ੍ਰਮਵਾਰ 57.26% ਅਤੇ 48.72% ਸੀ। ਪੰਜਾਬ ਦੇ ਵਿਧਾਇਕਾਂ ਵਿੱਚ ਦੂਸਰੇ ਨੰਬਰ ਤੇ ਉਹਨਾਂ ਵਿਧਾਇਕਾਂ ਦੀ ਸੰਖਿਆ ਹੈ ਜੋ ਜਾਂ ਤਾਂ ਨਗਰ ਪਾਲਿਕਾਵਾਂ, ਪੰਚਾਇਤਾਂ, ਕੋਆਪਰੇਟਿਵ ਬੈਂਕਾਂ ਆਦਿ ਦੇ ਚੁਣੇ ਹੋਏ ਮੈਂਬਰ ਜਾਂ ਫਿਰ ਪਾਰਟੀਆਂ ਦੇ ਸਰਗਰਮ ਮੈਂਬਰ ਜਾਂ ਪਦ ਅਧਿਕਾਰੀ ਰਹੇ ਹਨ। ਅਜਿਹੇ ਵਿਧਾਇਕਾਂ ਦੀ ਗਿਣਤੀ 1997 ਦੀ ਵਿਧਾਨ ਸਭਾ ਵਿੱਚ 28.21% ਅਤੇ 2002 ਵਿੱਚ 31.62% ਰਹੀ ਹੈ। ਵਿਧਾਇਕਾਂ ਦਾ ਇੱਕ ਵੱਡਾ ਗਰੁੱਪ ਉਹਨਾਂ ਵਿਧਾਇਕਾਂ ਦਾ ਵੀ ਹੈ ਜੋ ਰਾਜ ਜਾਂ ਕੇਂਦਰ ਦੇ ਕਿਸੇ ਮਹੱਤਵਪੂਰਨ ਵਰਤਮਾਨ ਜਾਂ ਸਾਬਕਾ ਲੀਡਰ ਦੇ ਰਿਸ਼ਤੇਦਾਰ ਹਨ। ਵਰਤਮਾਨ ਲੀਡਰਸ਼ਿਪ ਵਿੱਚ ਇਹ ਪ੍ਰਵਿਰਤੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਸਾਰੇ ਮਹੱਤਵਪੂਰਨ ਨੇਤਾ ਪਾਰਟੀ ਵਰਕਰਾਂ ਦੀ ਥਾਂ ਆਪਣੇ ਰਿਸ਼ਤੇਦਾਰਾਂ ਨੂੰ ਤਰਜੀਹ ਦਿੰਦੇ ਹਨ ਤਾਂ ਜੋ ਉਹਨਾਂ ਦਾ ਪਾਰਟੀ ਦੀ ਲੀਡਰਸ਼ਿਪ ਤੇ ਗਲਬਾ ਬਣਿਆ ਰਹੇ। ਜਿਸ ਤਰ੍ਹਾਂ ਹੇਠ ਦਿੱਤੀ ਸਾਰਣੀ 9 ਤੋਂ ਸਪਸ਼ਟ ਹੁੰਦਾ ਹੈ, ਪੰਜਾਬ ਵਿਧਾਇਕਾਂ ਦਾ ਇੱਕ ਵੱਡਾ ਗਰੁੱਪ ਮਹੱਤਵਪੂਰਨ ਲੀਡਰਾਂ ਦੇ ਰਿਸ਼ਤੇਦਾਰਾਂ ਨਾਲ ਸੰਬੰਧਿਤ ਹੈ। 1997 ਵਾਲੀ ਵਿਧਾਨ ਸਭਾ ਵਿੱਚ ਪਾਰਟੀਆਂ ਦੇ ਇਨ੍ਹਾਂ ਰਿਸ਼ਤੇਦਾਰਾਂ ਦੀ ਗਿਣਤੀ 17 ਭਾਵ 14.53% ਅਤੇ 2002 ਵਾਲੀ ਵਿਧਾਨ ਸਭਾ ਵਿੱਚ 23 ਭਾਵ 31.62% ਸੀ। ਨੰਬਰ 9, ਪੰਜਾਬ ਦੀ ਵਿਧਾਨਕ ਲੀਡਰਸ਼ਿਪ ਵਿੱਚ ਮਾਲਵਾ ਖੇਤਰ ਦੀ ਪ੍ਰਭੁਤਾ। ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ ਨੂੰ 3 ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਭਾਵ ਮਾਲਵਾ, ਮਾਝਾ ਅਤੇ ਦੁਆਬਾ। ਮਾਲਵਾ ਖੇਤਰ ਵਿੱਚ ਉਹ ਇਲਾਕਾ ਆਉਂਦਾ ਹੈ ਜੋ ਸਤਲੁਜ ਦਰਿਆ ਦੇ ਦੱਖਣ ਵਿੱਚ ਸਥਿਤ ਹੈ। ਇਸ ਇਲਾਕੇ ਵਿੱਚ ਪੰਜਾਬ ਦੇ 11 ਜ਼ਿਲ੍ਹੇ ਅਤੇ ਇਹਨਾਂ ਵਿੱਚ ਸਥਿਤ 65 ਅਸੈਂਬਲੀ ਸੀਟਾਂ ਸ਼ਾਮਲ ਹਨ। ਮਾਝਾ ਖੇਤਰ ਉਹ ਇਲਾਕਾ ਹੈ ਜੋ ਰਾਵੀ ਅਤੇ ਬਿਆਸ ਦੇ ਦਰਮਿਆਨ ਸਥਿਤ ਹੈ। ਇਸ ਖੇਤਰ ਵਿੱਚ ਪੰਜਾਬ ਦੇ 2 ਜ਼ਿਲ੍ਹੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਅਤੇ ਇਹਨਾਂ ਜ਼ਿਲ੍ਹਿਆਂ ਵਿੱਚ ਸਥਿਤ 27 ਅਸੈਂਬਲੀ ਸੀਟਾਂ ਆਉਂਦੀਆਂ ਹਨ। ਦੁਆਬਾ ਖੇਤਰ ਵਿੱਚ ਉਹ ਇਲਾਕਾ ਆਉਂਦਾ ਹੈ ਜੋ ਸਤਲੁਜ ਅਤੇ ਬਿਆਸ ਦਰਿਆ ਦੇ ਦਰਮਿਆਨ ਸਥਿਤ ਹੈ। ਇਸ ਖੇਤਰ ਵਿੱਚ ਪੰਜਾਬ ਦੇ 4 ਜ਼ਿਲ੍ਹੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂ ਸ਼ਹਿਰ ਆਉਂਦੇ ਹਨ ਅਤੇ ਇਹਨਾਂ ਜ਼ਿਲ੍ਹਿਆਂ ਵਿੱਚ 35 ਅਸੈਂਬਲੀ ਸੀਟਾਂ ਸ਼ਾਮਲ ਹਨ। ਸਾਰਣੀ ਨੰਬਰ 10.10 ਦੁਆਰਾ ਪੰਜਾਬ ਦੀ ਵਿਧਾਨਕ ਲੀਡਰਸ਼ਿਪ ਦੇ ਖੇਤਰੀ ਪੈਟਰਨ ਦੀ ਜਾਣਕਾਰੀ ਦਿੱਤੀ ਗਈ ਹੈ। ਜਿਵੇਂ ਕਿ ਉੱਪਰ ਦਿੱਤੀ ਗਈ ਸਾਰਣੀ ਦੀ ਸੂਚਨਾ ਤੋਂ ਸਪਸ਼ਟ ਹੈ ਕਿ ਪੰਜਾਬ ਦੀ ਵਿਧਾਇਕ ਲੀਡਰਸ਼ਿਪ ਵਿੱਚ ਮਾਲਵਾ ਖੇਤਰ ਦੀ ਪ੍ਰਭੁਤਾ ਹੈ। ਪੰਜਾਬ ਦੀ ਕੁੱਲ ਵਿਧਾਨਕ ਲੀਡਰਸ਼ਿਪ ਵਿੱਚ ਇਸ ਦੀ ਪ੍ਰਤੀਨਿਧਤਾ 55.62% ਰਹੀ ਹੈ, ਜੋ ਕਿ ਮਾਝਾ ਅਤੇ ਦੁਆਬਾ ਖੇਤਰਾਂ ਦੀ ਪ੍ਰਤੀਨਿਧਤਾ ਕ੍ਰਮਵਾਰ 22.78% ਅਤੇ 21.60% ਰਹੀ ਹੈ। ਇਸ ਤੋਂ ਇਹ ਸਪਸ਼ਟ ਹੈ ਕਿ ਪੰਜਾਬ ਦੀ ਲੀਡਰਸ਼ਿਪ ਵਿੱਚ ਇਕੱਲੇ ਮਾਲਵਾ ਖੇਤਰ ਦੀ ਪ੍ਰਤੀਨਿਧਤਾ ਅੱਧ ਨਾਲੋਂ ਵੀ ਜ਼ਿਆਦਾ ਰਹੀ ਹੈ। ਨੰਬਰ 10, ਅਕਾਲੀ ਦਲ ਅਤੇ ਕਾਂਗਰਸ ਦੇ ਭਾਰੀ ਬਹੁਮਤ ਵਾਲੀ ਲੀਡਰਸ਼ਿਪ। ਪੰਜਾਬ ਇੱਕ ਬਹੁਦਲੀ ਪ੍ਰਣਾਲੀ ਵਾਲਾ ਸੂਬਾ ਹੈ ਜਿਸ ਵਿੱਚ ਤਕਰੀਬਨ ਸਾਰੀਆਂ ਹੀ ਰਾਸ਼ਟਰ ਪਾਰਟੀਆਂ ਦੀਆਂ ਰਾਜਕੀ ਸ਼ਾਖਾਵਾਂ ਤੋਂ ਇਲਾਵਾ ਇੱਕ ਮਜ਼ਬੂਤ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਹੈ। ਪਰੰਤੂ ਇਹਨਾਂ ਪਾਰਟੀਆਂ ਦੀ ਮੌਜੂਦਗੀ ਦੇ ਬਾਵਜੂਦ ਵੀ ਰਾਜ ਵਿੱਚ ਸੱਤਾ ਲਈ ਅਸਲੀ ਮੁਕਾਬਲਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਰਹਿੰਦਾ ਹੈ ਅਤੇ ਬਾਕੀ ਦੀਆਂ ਪਾਰਟੀਆਂ ਇਹਨਾਂ ਦੁਆਰਾ ਬਣਾਈਆਂ ਗਈਆਂ ਸਰਕਾਰਾਂ ਨੂੰ ਸਮਰਥਨ ਦੇਣ ਦਾ ਹੀ ਕੰਮ ਕਰਦੀਆਂ ਹਨ। ਹੇਠਾਂ ਦਿੱਤੀ ਗਈ ਸਾਰਣੀ ਨੰਬਰ 10.11
ਪੰਜਾਬ ਦੀ ਵਿਧਾਨਕ ਲੀਡਰਸ਼ਿਪ ਦੇ ਪਾਰਟੀ ਪੈਟਰਨ ਨੂੰ ਦਰਸਾਉਂਦੀ ਹੈ। ਉੱਪਰ ਦਿੱਤੀ ਗਈ ਸਾਰਣੀ ਤੋਂ ਸਪਸ਼ਟ ਹੈ ਕਿ ਪੰਜਾਬ ਦੀ ਵਿਧਾਨਕ ਲੀਡਰਸ਼ਿਪ ਵਿੱਚ ਪੰਜਾਬ ਦੀਆਂ ਦੋ ਪ੍ਰਮੁੱਖ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦਾ ਦਬਦਬਾ ਰਿਹਾ ਹੈ। ਪੰਜਾਬ ਅਸੈਂਬਲੀ ਵਿੱਚ ਇਹਨਾਂ ਦੋਹਾਂ ਪਾਰਟੀਆਂ ਦੀ ਸਾਂਝੀ ਪ੍ਰਤੀਨਿਧਤਾ 80% ਤੋਂ ਵੀ ਉੱਪਰ ਹੈ, ਭਾਵ 84.14%, ਅਤੇ ਬਾਕੀ ਪਾਰਟੀਆਂ ਦੀ ਪ੍ਰਤੀਨਿਧਤਾ 15% ਦੇ ਕਰੀਬ ਹੀ ਰਹੀ ਹੈ। ਇਸ ਸਬੰਧ ਵਿੱਚ ਇੱਕ ਹੋਰ ਗੱਲ ਨੋਟ ਕਰਨ ਵਾਲੀ ਇਹ ਹੈ ਕਿ ਪੰਜਾਬ ਅਸੈਂਬਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀਨਿਧਤਾ ਵਿੱਚ 1980 ਤੋਂ ਬਾਅਦ ਲਗਾਤਾਰ ਵਾਧਾ ਹੋਇਆ ਹੈ ਅਤੇ ਕਮਿਊਨਿਸਟ ਪਾਰਟੀਆਂ ਦੀ ਪ੍ਰਤੀਨਿਧਤਾ ਲਗਾਤਾਰ ਘਟੀ ਹੈ। ਪੰਜਾਬ ਦੀ ਵਿਧਾਨਕ ਲੀਡਰਸ਼ਿਪ ਦੇ ਉਪਰੋਕਤ ਵਿਸ਼ਲੇਸ਼ਣ ਤੋਂ ਇਸ ਦੇ ਪੈਟਰਨ ਸੰਬੰਧੀ ਨਿਮਨਲਿਖਤ ਨਤੀਜੇ ਕੱਢੇ ਜਾ ਸਕਦੇ ਹਨ। ਪਹਿਲਾ, ਪੰਜਾਬ ਦੀ ਵਿਧਾਨਕ ਲੀਡਰਸ਼ਿਪ ਸਿੱਖ ਬਹੁਮਤ ਵਾਲੀ ਲੀਡਰਸ਼ਿਪ ਹੈ। ਦੂਜਾ, ਪੰਜਾਬ ਦੀ ਵਿਧਾਨਕ ਲੀਡਰਸ਼ਿਪ ਜੱਟਾਂ ਦੀ ਪ੍ਰਮੁੱਖਤਾ ਵਾਲੀ ਲੀਡਰਸ਼ਿਪ ਹੈ। ਨੰਬਰ ਤੀਜਾ, ਪੰਜਾਬ ਦੀ ਵਿਧਾਨਕ ਲੀਡਰਸ਼ਿਪ ਵਿੱਚ ਦਿਹਾਤੀ ਲੀਡਰਾਂ ਦਾ ਬੋਲਬਾਲਾ ਹੈ। ਨੰਬਰ ਚੌਥਾ, ਪੰਜਾਬ ਦੀ ਵਿਧਾਨਕ ਲੀਡਰਸ਼ਿਪ ਪੁਰਸ਼ ਪ੍ਰਧਾਨ ਹੈ। ਨੰਬਰ ਪੰਜਵਾਂ, ਪੰਜਾਬ ਦੀ ਵਿਧਾਨਕ ਲੀਡਰਸ਼ਿਪ ਵਿੱਚ ਮੱਧ ਉਮਰ ਵਾਲੇ ਲੀਡਰ ਬਹੁਗਿਣਤੀ ਵਿੱਚ ਹਨ। ਨੰਬਰ ਛੇਵਾਂ, ਪੰਜਾਬ ਦੀ ਵਿਧਾਨਕ ਲੀਡਰਸ਼ਿਪ ਵਿੱਚ ਦਿਨ ਪ੍ਰਤੀ ਦਿਨ ਉੱਚ ਯੋਗਤਾਵਾਂ ਰੱਖਣ ਵਾਲੇ ਨੇਤਾਵਾਂ ਦੀ ਗਿਣਤੀ ਵੱਧ ਰਹੀ ਹੈ। ਨੰਬਰ 7, ਪੰਜਾਬ ਦੀ ਵਿਧਾਨਕ ਲੀਡਰਸ਼ਿਪ ਕਿਸਾਨੀ ਦੀ ਬਹੁਮਤ ਵਾਲੀ ਲੀਡਰਸ਼ਿਪ ਹੈ। ਨੰਬਰ 8, ਪੰਜਾਬ ਦੀ ਵਿਧਾਨਕ ਲੀਡਰਸ਼ਿਪ ਵਿੱਚ ਰਾਜ ਦੇ ਮਹੱਤਵਪੂਰਨ ਨੇਤਾਵਾਂ ਦੇ ਰਿਸ਼ਤੇਦਾਰਾਂ ਦੀ ਭਰਮਾਰ ਹੈ। ਨੰਬਰ 9, ਪੰਜਾਬ ਦੀ ਵਿਧਾਨਕ ਲੀਡਰਸ਼ਿਪ ਵਿੱਚ ਮਾਲਵਾ ਖੇਤਰ ਦੇ ਨੇਤਾਵਾਂ ਦਾ ਬਹੁਮਤ ਹੈ। ਅਤੇ ਨੰਬਰ 10, ਪੰਜਾਬ ਦੀ ਵਿਧਾਨਕ ਲੀਡਰਸ਼ਿਪ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀ ਭਾਰੀ ਬਹੁਮਤ ਵਾਲੀ ਲੀਡਰਸ਼ਿਪ ਹੈ।